ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਨਾਲ ਇੱਕ ਸਾਖੀ ਦੇ ਨਾਲ ਸਾਂਝ ਪਾਵਾਂਗੇ ਅਜਾਮਲ ਪਾਪੀ ਦੀ ਸੰਪੂਰਨ ਸਾਖੀ ਦੇ ਨਾਲ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। ਅਜਾਮਲ ਉਧਰਿਆ ਕਹਿ ਏਕ ਬਾਰ। ਅਜਾਮਲ ਪਾਪੀ ਦਾ ਨਾਮ ਗੁਰਬਾਣੀ ਵਿੱਚ ਵਾਰ-ਵਾਰ ਆਉਂਦਾ ਹੈ। ਅਜਾਮਲ ਇੱਕ ਵੱਡਾ ਪਾਪੀ ਉਸ ਸਮੇਂ ਵਿੱਚ ਮੰਨਿਆ ਗਿਆ ਸੀ, ਕਿਉਂ ਕਿ ਉਹ ਪਾਪੀ ਸੀ। ਉਸਨੇ ਕੀ ਕਸੂਰ ਕੀਤਾ ਸੀ? ਤਿਸ ਪ੍ਰਥਾਏ ਇਉਂ ਕਥਾ ਆਉਂਦੀ ਹੈ। ਅਜਾਮਲ ਇੱਕ ਰਾਜ ਬ੍ਰਾਹਮਣ ਦਾ ਪੁੱਤਰ ਸੀ। ਉਸ ਦਾ ਬਾਪ ਰਾਜੇ ਕੋਲ ਪੁਰੋਹਿਤ ਵੀ ਸੀ ਤੇ ਵਜ਼ੀਰ ਵੀ ਬੜਾ ਅਕਲ ਵਾਲਾ ਸੀ। ਉਹਦੇ ਸਿਆਣੇ ਹੋਣ ਦੀ ਚਰਚਾ ਸਾਰੇ ਪਾਸੇ ਸੀ। ਅਜਾਮਲ ਦੀ ਆਯੂ ਜਦੋਂ 5 ਕੁ ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਉਸਨੂੰ ਪੜ੍ਹਨੇ ਪਾ ਦਿੱਤਾ। ਉਹ ਜਿਸ ਗੁਰੂ ਕੋਲ ਪੜ੍ਹਨ ਲੱਗਾ ਉਹ ਵੀ ਬੜਾ ਸਿਆਣਾ ਸੀ। ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਏ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਐਸੀ ਹੀ ਹਾਲਤ ਅਜਾਮਲ ਦੇ ਗੁਰੂ ਦੀ ਸੀ। ਉਸ ਨੇ ਦੇਖਿਆ ਅਜਾਮਲ ਦੀ ਜ਼ਬਾਨ 'ਤੇ ਸੁਰਸਤੀ ਬੈਠੀ ਸੀ। ਜੋ ਸ਼ਬਦ ਉਹ ਪੜ੍ਹਦਾ ਜਾਂ ਸੁਣਦਾ ਉਹ ਕੰਠ ਕਰ ਲੈਂਦਾ। ਉਸ ਦਾ ਗਲਾ ਰਸੀਲਾ ਸੀ ਤੇ ਉਹ ਵੇਦ ਮੰਤਰ ਪੜ੍ਹਦਾ ਤਾਂ ਇੱਕ ਅਨੋਖਾ ਹੀ ਰੰਗ ਬੱਝ ਜਾਂਦਾ। ਬਹੁਤ ਸਿਆਣਾ ਨਿਕਲਿਆ। ਉਸ ਨੇ 10 ਸਾਲਾਂ ਵਿੱਚ 20 ਸਾਲ ਪੜ੍ਹਨ ਦੀ ਵਿਦਿਆ ਪੜ੍ਹ ਲਈ। ਉਸ ਦੀ ਵਿਦਵਤਾ ਦੀ ਪ੍ਰਸਿੱਧਤਾ ਹੋ ਗਈ, ਐਸੀ ਪ੍ਰਸਿੱਧਤਾ ਕਿ ਵਿਦਵਾਨ ਦਰਸ਼ਨ ਕਰਨ ਆਉਂਦੇ ਸਨ। ਇੱਕ ਦਿਨ ਅਜਾਮਲ ਦੇ ਸਿਆਣੇ ਗੁਰੂ ਨੇ ਆਖਿਆ, ਅਜਾਮਲ ਅਜੇ ਤੂੰ ਸ਼ਿਸ਼ ਹੈ? ਤਾਂ ਗੁਰਦੇਵ ਮੈਂ ਸ਼ਿਸ਼ ਹਾਂ, ਪਰ ਕਿੰਨਾ ਚਿਰ ਸ਼ਿਸ਼ ਰਹਾਂਗਾ? ਕੋਈ 4 ਸਾਲ ਹੋਰ ਲੱਗਣੇ ਹਨ। ਚਾਰੋਂ ਵੇਦ ਤੇ ਉਪਨਿਸ਼ਦ ਸੰਪੂਰਨ ਹੋ ਜਾਣਗੇ। ਜੋ ਆਗਿਆ ਗੁਰਦੇਵ। ਉਸ ਦੇ ਵਿਦਿਆ ਗੁਰੂ ਨੇ ਉਹਦੇ ਵੱਲ ਵੇਖਿਆ, ਧਿਆਨ ਨਾਲ ਦੇਖ ਕੇ ਆਖਣ ਲੱਗਾ, ਅਜਾਮਲ ਜਦੋਂ ਮੇਰੇ ਵੱਲ ਆਵੇਂ ਜਾਂ ਆਪਣੇ ਘਰ ਨੂੰ ਜਾਵੇਂ, ਨਗਰੀ ਤੋਂ ਬਾਹਰ ਆਇਆ ਜਾਇਆ ਕਰ। ਨਗਰੀ ਵਿੱਚ ਕਦੀ ਨਹੀਂ ਵੜਨਾ, ਕਿਉਂਕਿ ਅਜੇ ਤੇਰੇ ਬਸਤਰ ਵਿਦਿਆਰਥੀ ਦੇ ਹਨ। ਗੁਰੂ ਆਗਿਆ ਦਾ ਪਾਲਣ ਕਰਨਾ ਹੋਏਗਾ। ਨਾ ਆਗਿਆ ਦਾ ਪਾਲਣ ਕਰੇਗਾ ਤਾਂ ਦੁੱਖ ਉਠਾਏਗਾ। ਸੁਖੀ ਉਹ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ, ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਤੇ ਕਰਮ ਦਾ ਗਿਆਨ ਹੁੰਦਾ ਹੈ। ਹੇ ਗੁਰਦੇਵ, ਭਲਾ ਮੈਂ ਪੁੱਛ ਸਕਦਾ ਹਾਂ ਕਿ ਆਪ ਮੈਨੂੰ ਸ਼ਹਿਰ ਵਿੱਚ ਵੜਨੋਂ ਕਿਉਂ ਰੋਕਦੇ ਹੋ? ਅਜਾਮਲ ਨੇ ਉੱਤਰ ਦਿੱਤਾ। ਉਸ ਦਾ ਉੱਤਰ ਸੁਣ ਕੇ ਗੁਰੂ ਚੁੱਪ ਕਰ ਰਿਹਾ। ਸਿਰਫ ਇਹੋ ਕਿਹਾ, ਬਸ ਨਗਰੀ ਤੋਂ ਬਾਹਰ ਜਾ ਆਇਆ ਕਰੋ, ਐਸਾ ਹੀ ਕਰਮ ਹੈ। ਅਜਾਮਲ ਨੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ। ਉਹ ਸ਼ਹਿਰੋਂ ਬਾਹਰ ਆਉਂਦਾ ਤੇ ਜਾਂਦਾ, ਜਾਂ ਨਾ ਉਹ ਕਿਸੇ ਨਾਲ ਗੱਲ ਹੀ ਕਰਦਾ ਕਿ ਉਸ ਦੇ ਗੁਰੂ ਨੇ ਉਸ ਨੂੰ ਸ਼ਹਿਰ ਵੜਨੋਂ ਰੋਕਿਆ ਹੈ। ਇਸੇ ਤਰ੍ਹਾਂ ਕੁਝ ਸਾਲ ਬੀਤ ਗਏ। ਉਹ ਵਿਦਿਆ ਪੜ੍ਹਦਾ ਰਿਹਾ। ਆਯੂ 20 ਸਾਲ ਦੀ ਹੋ ਗਈ। ਦਰਸ਼ਨੀ ਜਵਾਨ ਨਿਕਲਿਆ। ਨੇਤਰਾਂ ਦੇ ਵਿੱਚ ਡੋਰੇ ਆਏ। ਵਿਦਿਆ ਸੰਪੂਰਨ ਹੋਣ ਵਾਲੀ ਸੀ। ਉਸ ਦੇ ਪਿੱਛੋਂ ਗੁਰੂ ਦੀਖਿਆ ਦੇ ਕੇ ਉਸ ਨੇ ਆਜ਼ਾਦ ਹੋ ਜਾਣਾ ਸੀ। ਪਰ ਇੱਕ ਦਿਨ ਉਸ ਨੇ ਆਪਣੇ ਮਨ ਨਾਲ ਝੇੜਾ ਹੋ ਪਿਆ। ਉਸ ਨੇ ਕਿਹਾ, ਗੁਰੂ ਆਗਿਆ ਦਾ ਉਲੰਘਣ ਕਰਕੇ ਨਗਰੀ ਦੇ ਵਿੱਚੋਂ ਦੀ ਜਾਣਾ ਹੀ ਠੀਕ ਹੈ। ਆਖਰ ਇਹ ਤਾਂ ਦੇਖਿਆ ਜਾਏ, ਗੁਰੂ ਰੋਕਦਾ ਕਿਉਂ ਹੈ? ਉਸ ਦੇ ਇੱਕ ਮਨ ਦੀ ਇਹ ਵੀ ਭਾਖਿਆ ਸੀ, ਅਜਾਮਲ ਗੁਰੂ ਦੀ ਆਗਿਆ ਭੰਗ ਕਰਨੀ ਨਰਕ ਦਾ ਭਾਗੀ ਹੋਣਾ ਹੈ, ਦੁਖੀ ਹੋਏਗਾ। ਦੇਖੀ ਜਾਏਗੀ। ਅਜਾਮਲ ਨੇ ਦਿਲ ਤਗੜਾ ਕੀਤਾ। ਦਿਲ ਤਗੜਾ ਕਰਕੇ ਉਹ ਵਿਦਿਆ ਗੁਰੂ ਕੋਲੋਂ ਉੱਠ ਕੇ ਉਸ ਰਸਤੇ ਨੂੰ ਤੁਰ ਪਿਆ ਜਿਸ ਰਸਤੇ ਆਇਆ ਜਾਇਆ ਕਰਦਾ ਸੀ ਤੇ ਅਣਡਿੱਠੇ ਰਸਤੇ ਸ਼ਹਿਰ ਵਿੱਚੋਂ ਦੀ ਹੋ ਤੁਰਿਆ। ਅਜਾਮਲ ਦੇ ਗੁਰੂ ਨੇ ਉਸ ਨੂੰ ਇਸ ਕਰਕੇ ਸ਼ਹਿਰ ਦਾਖਲ ਹੋਣੋਂ ਰੋਕਿਆ ਸੀ ਕਿ ਸ਼ਹਿਰ ਵਿੱਚ ਮਾਇਆ ਦਾ ਪਸਾਰਾ ਸੀ। ਧਨ ਤੇ ਰੂਪ ਦੇ ਚਮਤਕਾਰ ਐਸੇ ਸਨ ਜਿਨ੍ਹਾਂ ਵੱਲ ਜਵਾਨ ਦਾ ਮਨ ਛੇਤੀ ਖਿੱਚਿਆ ਜਾਂਦਾ ਸੀ। ਜਵਾਨ ਨੂੰ ਗਿਆਨ ਪੂਰਨ ਨਹੀਂ ਹੁੰਦਾ। ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜ਼ਾ ਸਾਰਾ ਹੀ ਵੇਸਵਾ ਨਗਰੀ ਸੀ। ਉਹ ਮੁਹੱਲੇ ਵਿੱਚ ਵੇਸਵਾਵਾਂ ਬੈਠੀਆਂ ਤੇ ਜਵਾਨ ਪੁਰਸ਼ਾਂ ਨੂੰ ਆਪਣੇ ਵੱਸ ਕਰਦੀਆਂ ਸਨ। ਐਸੀ ਹਵਾ ਤੋਂ ਬਚਾਉਣ ਵਾਸਤੇ ਗੁਰੂ ਨੇ ਅਜਾਮਲ ਨੂੰ ਰੋਕਿਆ ਸੀ। ਉਹ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਤ ਬਣ ਜਾਏ। ਜਦੋਂ ਵਿਆਹ ਹੋ ਗਿਆ ਤਾਂ ਮੁੜ ਨਹੀਂ ਖਿੱਚਿਆ ਜਾਏਗਾ, ਐਸਾ ਹੀ ਉਹਦਾ ਖਿਆਲ ਸੀ, ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਸਮਾਨ ਹੁੰਦਾ ਹੈ। ਉਸ ਦਾ ਖਿਆਲ ਰੱਖਣਾ ਗੁਰੂ ਦਾ ਫਰਜ਼ ਤੇ ਧਰਮ ਹੈ। ਚੇਲੇ ਦਾ ਸ਼ਿਸ਼ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ, ਉਸ ਦੀ ਆਗਿਆ ਦਾ ਪਾਲਣ ਕਰੇ। ਅਜਾਮਲ ਗੁਰੂ ਕੋਲੋਂ ਤੁਰਨ ਲੱਗਾ। ਗੁਰੂ ਨੇ ਯਾਦ ਕਰਾਇਆ, ਅਜਾਮਲ ਸ਼ਹਿਰੋਂ ਬਾਹਰ ਜਾਈ। ਬਹੁਤ ਚੰਗਾ ਗੁਰਦੇਵ ਆ ਕੇ ਤਾਂ ਅਜਾਮਲ ਤੁਰ ਪਿਆ, ਪਰ ਆਸ਼ਰਮ ਵਿੱਚੋਂ ਨਿਕਲ ਕੇ ਉਹ ਨਗਰੀ ਦੇ ਅੰਦਰਲੇ ਦਰਵਾਜ਼ੇ ਵੱਲੋਂ ਹੋ ਤੁਰਿਆ। ਉਹ ਜਿਉਂ ਹੀ ਦਰਵਾਜ਼ੇ ਦੇ ਅੰਦਰ ਹੋਇਆ ਤਿਉਂ ਹੀ ਉਸ ਨਗਰੀ ਦੀ ਮਹਿਮਾ ਓਪਰੀ ਤੇ ਅਨੋਖੀ ਲੱਗੀ। ਰੰਗ ਦੀ ਲੀਲਾ ਦੀ ਰੌਣਕ ਸੀ। ਸਭ ਤੋਂ ਵੱਧ ਗੱਲ ਇਹ ਸੀ ਕਿ ਸੁੰਦਰ ਨਾਰੀਆਂ ਹਾਵ ਭਾਵ ਕਰਦੀਆਂ ਹੋਈਆਂ ਇੱਧਰ ਉੱਧਰ ਫਿਰਦੀਆਂ ਮਰਦਾਂ ਨਾਲ ਗੱਲਾਂ ਕਰਦੀਆਂ ਸਨ। ਉਹਨਾਂ ਦੇ ਰੂਪ ਬਹੁਤ ਸੁੰਦਰ ਸਨ। ਨਰਗਸ ਵਰਗੇ ਨੈਣ ਸਨ। ਉਹਨਾਂ ਦੇ ਅੱਧ ਨੰਗੇ ਤਨ ਗੁਲਾਬ ਦੀਆਂ ਪੱਤੀਆਂ ਵਾਂਗ ਲਿਸ਼ਕਦੇ ਸਨ। ਉਹ ਸੋਭਾ ਵਾਲੀਆਂ ਸਨ। ਉਹਨਾਂ ਸੁੰਦਰ ਇਸਤਰੀਆਂ ਵੱਲ ਤੱਕਦਾ ਹੋਇਆ ਅਜਾਮਲ ਆਪਣੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਉਹਦਾ ਮਨ ਪਾਠ ਤੇ ਪੜ੍ਹਨ ਤੇ ਕੰਠ ਕਰਨ ਵੱਲ ਨਾ ਲੱਗਾ। ਉਹ ਤਾਂ ਉਚਾਟ ਹੋ ਗਿਆ ਤੇ ਜੋ ਕੁਝ ਦੇਖਿਆ ਸੀ ਉਹ ਹੀ ਸਾਹਮਣੇ ਘੁੰਮਣ ਲੱਗਾ। ਰਾਤ ਸੁੱਤਾ ਨੀਂਦ ਆਈ। ਉਹ ਸੁਪਨੇ ਆਉਂਦੇ ਰਹੇ। ਅੱਖਾਂ ਵਿੱਚ ਨੀਂਦ ਰਹੀ। ਸਵੇਰੇ ਉੱਠਿਆ, ਇਸ਼ਨਾਨ ਕੀਤਾ। ਜਦੋਂ ਗੁਰੂ ਕੋਲ ਪੁੱਜਾ ਤਾਂ ਗੁਰੂ ਨੇ ਉਸ ਦੀਆਂ ਅੱਖਾਂ ਲਾਲ ਦੇਖੀਆਂ। ਅਜਾਮਲ ਰਾਤ ਸੁੱਤਾ ਨਹੀਂ, ਕੀ ਗੱਲ?
ਸੁੱਤਾ ਸਾਂ ਗੁਰਦੇਵ, ਅੱਖਾਂ ਲਾਲ ਕਿਉਂ ਹਨ ਤੇ ਮਨ ਉਚਾਟ। ਪਤਾ ਨਹੀਂ ਗੁਰਦੇਵ ਨਗਰੀ ਤੋਂ ਬਾਹਰ ਗਿਆ ਸੀ ਤੇ ਬਾਹਰ ਆਇਆ ਸੀ। ਅਜਾਮਲ ਨੇ ਪਹਿਲਾਂ ਤਾਂ ਗੁਰੂ ਦੀ ਆਗਿਆ ਨੂੰ ਭੰਗ ਕੀਤਾ ਤੇ ਪਿੱਛੋਂ ਦੂਸਰੀ ਮਹਾਨ ਭੁੱਲ ਕੀਤੀ ਕਿ ਝੂਠ ਬੋਲ ਦਿੱਤਾ। ਉਸ ਨੇ ਝੂਠ ਬੋਲਦਿਆਂ ਹੋਇਆ ਕਿਹਾ, ਗੁਰਦੇਵ ਬਾਹਰ ਗਿਆ ਸਾਂ। ਝੂਠ ਬੋਲਿਆ। ਉਸ ਦੀ ਆਤਮਾ ਕੰਬ ਉੱਠੀ ਪਰ ਝੂਠ ਬੋਲ ਬੈਠਾ। ਉਸ ਦਿਨ ਪੜ੍ਹਨ ਵਿੱਚ ਮਨ ਨਾ ਲੱਗਾ। 2 ਦੋਸ਼ ਹੋ ਗਏ। ਉਹਨਾਂ ਦਾ ਵੀ ਨਿਰਮਲ ਮਨ ਤੇ ਭਾਰ ਪਿਆ। ਦੂਸਰਾ, ਅੱਖਾਂ ਦੇ ਅੱਗੇ ਨਗਰੀ ਦੇ ਨਜ਼ਾਰੇ ਸਾਨੂੰ ਪਾਠ ਨੂੰ ਪੜ੍ਹਨ ਨਹੀਂ ਸਨ ਦਿੰਦੇ। ਜਿਵੇਂ ਕਿਵੇਂ ਉਸ ਨੇ ਸਮਾਂ ਬਤੀਤ ਕੀਤਾ। ਜਦੋਂ ਛੁੱਟੀ ਮਿਲੀ ਤਾਂ ਮੁੜ ਉਸ ਨਗਰੀ ਦੇ ਰਸਤੇ ਤੁਰ ਪਿਆ। ਉਸ ਨਗਰੀ ਦੀ ਵਾਸ਼ਨਾ ਭਰੀ ਮਹਿਮਾ ਦੇਖਦਾ ਰਿਹਾ। ਦੇਖਦੇ ਘਰ ਚਲਿਆ ਗਿਆ। ਇਸ ਤਰ੍ਹਾਂ 10-12 ਦਿਨ ਬਤੀਤ ਹੋਏ। ਉਹ ਜਾਂਦਾ ਰਿਹਾ ਤੇ ਆਉਂਦਾ ਰਿਹਾ। ਨਾਰੀ ਰੂਪ ਲੀਲਾ ਤੇ ਉਸ ਦੇ ਜਵਾਨ ਮਨ ਉੱਤੇ ਅਸਰ ਕਰ ਦਿੱਤਾ। ਜਾਦੂ ਵਰਗਾ ਅਸਰ ਤੇ ਉਹਦਾ ਮਨ ਡੋਲਣ ਲੱਗਾ। ਜਦੋਂ ਮਨ ਡੋਲ ਜਾਏ ਤਾਂ ਬੰਦਾ ਛੇਤੀ ਸ਼ਿਕਾਰੀ ਬਣ ਜਾਂਦਾ ਹੈ। ਇੱਕ ਦਿਨ ਇੱਕ ਰੂਪਵਤੀ ਅਜੇ ਚੜ੍ਹੀ ਜਵਾਨੀ 16-17 ਸਾਲ ਦੀ ਆਯੂ ਵਾਲੀ ਵੇਸਵਾ ਨੇ ਉਸ ਦੀ ਬਾਂਹ ਫੜ ਲਈ। ਉਸ ਨੂੰ ਜਾਲ ਵਿੱਚ ਫਸਾ ਕੇ ਪਾਪ ਕਰਮ ਵੱਲ ਲਾ ਲਿਆ। ਉਹ ਬਹੁਤ ਚਿਰ ਉਸ ਦੇ ਕੋਲ ਬੈਠਾ ਰਿਹਾ। ਭੋਗ ਵਿਲਾਸ ਵਿੱਚ ਰੁੱਝ ਗਿਆ ਤੇ ਘਰ ਆ ਗਿਆ। ਘਰ ਹੋਰ ਦਾ ਹੋਰ ਲੱਗਾ। ਉਹਨੂੰ ਨੀਂਦ ਨਾ ਆਈ। ਸਵੇਰੇ ਵਿਦਿਆ ਪੜ੍ਹਨ ਵਾਸਤੇ ਗੁਰੂ ਆਸ਼ਰਮ ਵਿੱਚ ਵੇਲੇ ਸਿਰ ਨਾ ਉੱਪੜ ਸਕਿਆ। ਪਹਿਲਾਂ ਜਾਮਲ ਨੇ 2 ਦੋਸ਼ ਕੀਤੇ ਸਨ। ਇੱਕ ਗੁਰੂ ਦੀ ਆਗਿਆ ਦਾ ਭੰਗ ਕਰਨਾ, ਦੂਜਾ ਝੂਠ ਬੋਲਣਾ। ਉਸ ਤੋਂ 2 ਪਾਪ ਕਰ ਦਿੱਤੇ ਕਿ ਇੱਕ ਝੂਠ ਖਾਣੀ ਤੇ ਪਰ ਨਾਰੀ ਗਮਨ ਕਰਨਾ। ਕਾਮ ਵਾਸ਼ਨਾ ਵੱਲ ਵੱਧ ਗਿਆ। ਵੇਸਵਾ ਦਾ ਝੂਠਾ ਭੋਜਨ ਉਸਨੇ ਖਾ ਲਿਆ। ਚੋਹਾਂ ਹੀ ਮਹਾਨ ਦੋਸ਼ਾਂ ਨੇ ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਉਹ ਗੁਰੂ ਕੋਲ ਜਾਂਦਾ ਪਰ ਪਾਠ ਨਾ ਹੁੰਦਾ, ਮਨ ਨਾ ਲੱਗਾ। ਸਿਆਣਾ ਵਿਦਿਆ ਗੁਰੂ ਸਭ ਕੁਝ ਭਾਵੇਂ ਜਾਣ ਗਿਆ ਪਰ ਮਨ ਦੀ ਤਸੱਲੀ ਕਰਨ ਲਈ ਇੱਕ ਦਿਨ ਆਪਣੇ ਸ਼ਿਸ਼ ਜਾਮਲ ਦੇ ਪਿੱਛੇ ਚਲਿਆ ਗਿਆ। ਉਸ ਨੇ ਆਪਣੀ ਅੱਖਾਂ ਨਾਲ ਦੇਖ ਲਿਆ। ਉਹਦਾ ਚੇਲਾ ਵੇਸਵਾ ਦੇ ਅੰਦਰ ਜਾ ਵੜਿਆ। ਉਹ ਪਿੱਛੇ ਮੁੜ ਆਇਆ ਤੇ ਬੜਾ ਬੇਚੈਨ ਰਿਹਾ। ਅਗਲੇ ਦਿਨ ਜਾਮਲ ਆਇਆ। ਉਸਨੇ ਆਖਿਆ, ਜਾਮਲ ਜਾਓ, ਤੁਸਾਂ ਜੋ ਪੜ੍ਹਨਾ ਸੀ ਪੜ੍ਹ ਲਿਆ। ਆ ਕੇ ਜਾਮਲ ਨੂੰ ਤੋੜ ਦਿੱਤਾ ਤੇ ਉਸਦੇ ਬਾਪ ਨੂੰ ਸੱਦ ਕੇ ਆਖਿਆ, ਜਾਮਲ ਦਾ ਵਿਆਹ ਕਰ ਦਿਓ, ਇਸਦਾ ਕੁਆਰਾ ਰਹਿਣਾ ਯੋਗ ਨਹੀਂ। ਅਜਾਮਲ ਦਾ ਬਾਪ ਰਾਜ ਪੰਡਤ ਸੀ। ਰਾਜ ਪੰਡਤ ਹੋਣ ਕਰਕੇ ਉਸਨੂੰ ਕੋਈ ਵੀ ਔਖੀ ਗੱਲ ਨਹੀਂ ਸੀ ਵਿਆਹ ਕਰਨਾ। ਉਸਨੇ ਝਟਪਟ ਹੀ ਥੋੜੇ ਦਿਨਾਂ ਵਿੱਚ ਪ੍ਰਬੰਧ ਕਰਕੇ ਅਜਾਮਲ ਦਾ ਵਿਆਹ ਕਰ ਦਿੱਤਾ। ਅਜਾਮਲ ਦਾ ਵਿਆਹ ਹੋ ਗਿਆ। ਘਰ ਸੁੰਦਰ ਗੁਣਵੰਤੀ ਤੇ ਜਵਾਨ ਇਸਤਰੀ ਆ ਗਈ ਪਰ ਅਜਾਮਲ ਦਾ ਮਨ ਚੰਚਲ ਹੀ ਰਿਹਾ। ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ ਵੇਸਵਾ ਦੇ ਦੁਆਰੇ ਜਾਂਦਾ ਹੀ ਰਿਹਾ। ਹੌਲੀ ਉਸਦਾ ਵੇਸਵਾ ਕੋਲ ਜਾਣਾ ਲੁਕ ਨਾ ਸਕਿਆ। ਉਹ ਪ੍ਰਗਟ ਹੀ ਹੋ ਗਿਆ। ਉਸਦੀ ਧਰਮ ਪਤਨੀ ਨੇ ਬੜਾ ਯਤਨ ਕੀਤਾ ਕਿ ਉਸ ਕੋਲ ਹੀ ਰਹੇ। 16 ਸ਼ਿੰਗਾਰ ਵੀ ਕੀਤੇ, ਨਾਚ ਤੀ ਗੀਤ ਨਾਲ ਵੀ ਪ੍ਰਸੰਨ ਕਰਨ ਦਾ ਯਤਨ ਕੀਤਾ ਪਰ ਅਜਾਮਲ ਦਾ ਮਨ ਪਾਪੀ ਹੀ ਰਿਹਾ। ਵੇਸਵਾ ਦੀ ਝੂਠ ਤੇ ਸ਼ਰਾਬ ਨੇ ਉਸਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਉਸ ਸਤਵੰਤੀ ਨਾਰੀ ਯਤਨ ਕਰਕੇ ਹਾਰ ਥਕੀ। ਅਜਾਮਲ ਦਾ ਬਾਪ ਪਰਲੋਕ ਗਮਨ ਕਰ ਗਿਆ। ਉਸ ਦੇ ਪਿੱਛੋਂ ਰਾਜੇ ਨੇ ਜਾਮਲ ਨੂੰ ਰਾਜ ਪੰਡਿਤ ਬਣਾ ਦਿੱਤਾ। ਰਾਜ ਪੰਡਿਤ ਬਣ ਜਾਣ ਤੇ ਉਸਦੀ ਜ਼ਿੰਮੇਵਾਰੀਆਂ ਵੱਧ ਗਈਆਂ। ਉਹ ਧਰਮ, ਸਮਾਜ ਤੇ ਰਾਜ ਦਾ ਆਗੂ ਬਣ ਗਿਆ। ਦੌਲਤ ਆ ਗਈ, ਕਿਸੇ ਗੱਲ ਦੀ ਕਮੀ ਨਾ ਰਹੀ। ਤਾਂ ਵੀ ਉਸਨੇ ਨਾ ਸੋਚਿਆ। ਉਹ ਸੋਚਦਾ ਹੀ ਕਿਵੇਂ 5 ਦੋਸ਼ ਉਸਦੇ ਪਿੱਛੇ ਲੱਗ ਗਏ ਸਨ। ਗੁਰੂ ਦੀ ਆਗਿਆ ਦਾ ਭੰਗ ਕਰਨਾ, ਝੂਠ ਬੋਲਣਾ, ਝੂਠ ਖਾਣੀ ਤੇ ਮਦਰਾ ਪੀਣੀ। 5ਵਾਂ ਮਹਾਨ ਦੋਸ਼ ਪਾਪ ਵੇਸਵਾ ਗਮਨ ਸੀ। ਉਸ ਨੇ ਉੱਚ ਪਦਵੀ ਮਿਲਣ ਦੀ ਤੇ ਵੇਸਵਾ ਦੇ ਜਾਣਾ ਨਾ ਛੱਡਿਆ। ਸ਼ਹਿਰ ਵਿੱਚ ਆਮ ਚਰਚਾ ਹੋਣ ਲੱਗ ਪਈ। ਜੋ ਗੱਲ ਲੁਕੀ ਸੀ ਉਹ ਪ੍ਰਗਟ ਹੋ ਗਏ। ਪ੍ਰਗਟ ਵੀ ਹੋਈ ਸੂਰਜ ਦੇ ਚੜ੍ਹਨ ਵਾਂਗ। ਉਸ ਦਾ ਪਾਪਾਂ ਦੀ ਪੁਤਲੀ ਮਾਇਆ ਰੂਪ ਧਾਰਨ ਕਰ ਬੈਠੀ ਸੀ। ਇੱਕ ਦਿਨ ਜਾਮਲ ਨੂੰ ਰਾਜੇ ਨੇ ਆਪਣੇ ਪਾਸ ਸੱਦਿਆ ਤੇ ਪੁੱਛਿਆ, ਜਾਮਲ ਤੁਸੀਂ ਰਾਜ ਪੰਡਤ ਹੋ? ਹਾਂ ਮਹਾਰਾਜ, ਜਾਮਲ ਨੇ ਉੱਤਰ ਦਿੱਤਾ। ਤੁਸਾਂ ਵਿਰੁੱਧ ਇੱਕ ਦੋਸ਼ ਲੱਗਾ ਹੈ। ਕਿ ਦੋਸ਼ ਲੱਗਾ ਹੈ? ਤੁਸੀਂ ਕਲਾਵੰਤੀ ਵੇਸਵਾ ਦੇ ਕੋਲ ਜਾਂਦੇ ਹੋ, ਮਦਰਾ ਪੀਂਦੇ ਹੋ ਤੇ ਰੰਗ ਰਲੀਆਂ ਮਾਣਦੇ ਹੋ। ਸੱਚ ਹੈ ਮਹਾਰਾਜ, ਇਸ ਵਿੱਚ ਰੱਤਾ ਝੂਠ ਨਹੀਂ। ਮੈਂ ਕਲਾਵੰਤੀ ਕੋਲ ਜਾਂਦਾ ਹਾਂ, ਉਸ ਨਾਲ ਮੇਰਾ ਪਿਆਰ ਹੈ। ਪਰ ਇਹ ਵੀ ਪਤਾ ਜੇ ਰਾਜ ਪੰਡਿਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਵਿੱਚ ਬਦਨਾਮੀ ਦਾ ਕਾਰਨ ਬਣੇ ਤੇ ਪ੍ਰਜਾ ਤੇ ਬੁਰਾ ਅਸਰ ਪਵੇ। ਪਤਾ ਹੈ ਮਹਾਰਾਜ, ਫਿਰ ਕਿਉਂ ਜਾਂਦੇ ਹੋ? ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ ਹੈ ਪਰ ਮੈਂ ਮਜਬੂਰ ਹੈ। ਮੈਂ ਕਲਾਵੰਤੀ ਨੂੰ ਛੱਡ ਨਹੀਂ ਸਕਦਾ। ਉਸ ਦੇ ਰੂਹ ਨੇ ਮੋਹਿਆ ਹੈ। ਅਜਾਮਲ ਹੋਰ ਅੱਗੇ ਵੱਧ ਗਿਆ। ਉਹ ਨਿਰਲੱਜ ਵੀ ਹੋ ਗਿਆ ਕਿਉਂਕਿ ਜਿਸ ਕੋਲ ਨਿਰਲੱਜਤਾ ਆ ਜਾਏ ਉਸ ਕੋਲ ਹੋਰ ਕੁਝ ਪੱਲੇ ਨਹੀਂ ਰਹਿੰਦਾ। ਨਿਰਲੱਜਤਾ ਸਭ ਤੋਂ ਮਹਾਨ ਦੋਸ਼ ਜਾਂ ਪਾਪ ਹੈ। ਰਾਜਾ ਸਿਆਣਾ ਸੀ। ਉਸਦੀ ਉਮਰ ਅਜਾਮਲ ਦੇ ਬਾਪ ਜਿੰਨੀ ਸੀ। ਉਹ ਜਾਣ ਗਿਆ ਕਿ ਉਸਦਾ ਰਾਜ ਪੰਡਿਤ ਪਾਪਾਂ ਦਾ ਭਾਗੀ ਬਣ ਗਿਆ ਹੈ। ਪਾਪ ਇਸ ਨੂੰ ਚੰਗੇ ਲੱਗ ਰਹੇ ਹਨ। ਉਸਨੇ ਜਾਮਲ ਨੂੰ ਕਿਹਾ, ਜੇ ਤੁਸਾਂ ਦੀ ਗੱਲ ਠੀਕ ਹੈ ਕਿ ਉਹ ਹੁਣ ਤੁਸਾਂ ਨੂੰ ਪਤੀ ਮੰਨ ਬੈਠੀ ਹੈ ਤਾਂ ਉਸ ਨੂੰ ਘਰ ਲੈ ਆਓ। ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲੱਗੇਗਾ। ਜਿੰਨਾ ਚਿਰ ਉਹ ਵੇਸਵਾ ਪਹਿਲੇ ਹੈ ਉਹ ਉਨਾ ਚਿਰ ਵੇਸਵਾ ਹੈ। ਕਰਮ ਕਰਨ ਵੀ ਥਾਂ ਦੀ ਜਾਚਨਾ ਕਰਦਾ ਹੈ। ਥਾਂ ਸਿਰ ਹੀ ਕਈ ਚੀਜ਼ਾਂ ਸੋਭਾ ਦਿੰਦੀਆਂ ਹਨ। ਆਪ ਰਾਜ ਪੰਡਤ ਤੋਂ ਰਾਜ ਪੰਡਤ ਸੋਭਾ ਨਹੀਂ ਦਿੰਦਾ। ਉਹ ਵੇਸਵਾ ਦੇ ਬਾਜ਼ਾਰ ਵਿੱਚ ਜਾਏ, ਉਸਨੂੰ ਘਰ ਨਹੀਂ ਲਿਆ ਸਕਦਾ, ਨਾ ਛੱਡ ਸਕਦਾ। ਹਾਂ, ਅਜਾਮਲ ਨੇ ਫੈਸਲਾ ਦਿੱਤਾ। ਇਹ ਪੱਕਾ ਫੈਸਲਾ ਹੈ? ਰਾਜੇ ਨੇ ਪੁੱਛਿਆ। ਹਾਂ ਜੀ, ਪੱਕਾ ਫੈਸਲਾ। ਸੋਚ ਲਿਆ? ਕੀ ਸੋਚ ਲਿਆ ਹੈ? ਦੇਖੋ ਅਜਾਮਲ, ਅੱਜ ਤੋਂ ਨਹੀਂ ਹੁਣ ਤੋਂ ਤੂੰ ਰਾਜ ਪੰਡਿਤ ਨਹੀਂ ਰਿਹਾ। ਖਾਮੀਆਂ ਇਹ ਹਨ ਕਿ ਗੁਰੂ ਦੀ ਆਗਿਆ ਭੰਗ ਕੀਤੀ, ਝੂਠ ਬੋਲਿਆ, ਝੂਠ ਖਾਧੀ, ਵੇਸਵਾ ਗਵਨ, ਸ਼ਰਾਬ ਪੀਤੀ ਤੇ ਨਿਰਲੱਜਤਾ ਨਾਲ ਮੰਦ ਕਰਮਾਂ ਤੋਂ ਰੁਕਣ ਦੀ ਨਾਂਹ ਕੀਤੀ।
ਐਨੇ ਦੋਸ਼ ਹੁੰਦਿਆਂ ਹੋਇਆਂ ਤੁਸੀਂ ਰਾਜ ਪੰਡਤ ਰਹਿੰਦੇ ਅਧਿਕਾਰੀ ਨਹੀਂ। ਤੁਸਾਂ ਨੂੰ ਸ਼ਹਿਰੋਂ ਬਾਹਰ ਰਹਿਣਾ ਪਵੇਗਾ। ਸਾਰੀ ਜਾਇਦਾਦ ਦੇ ਰਾਜ ਮਹਿਲਾਂ ਜੋ ਤੁਸਾਂ ਕੋਲ ਹੈ ਉਸ ਤੁਸਾਂ ਦੀ ਪਤਨੀ ਤੇ ਉਸ ਦੇ ਬੱਚੇ ਨੂੰ ਦੇ ਦਿੱਤਾ ਜਾਂਦਾ ਹੈ। ਅੱਗੇ ਜੋ ਸ਼ਹਿਰ ਵਿੱਚ ਨਹੀਂ ਵੜਨਾ ਹੋਏਗਾ ਕਲਾਵੰਤੀ ਨੂੰ ਵੀ ਸ਼ਹਿਰ ਬਾਹਰ ਕੱਢ ਦਿੱਤਾ ਜਾਂਦਾ ਹੈ। ਬਸ ਇਹ ਹੁਕਮ ਹੈ, ਕੋਈ ਅਪੀਲ ਨਹੀਂ, ਨਾ ਕੋਈ ਵਸੀਲਾ। ਜਾਓ। ਰਾਜੇ ਦੇ ਹੁਕਮ ਨੂੰ ਸੁਣ ਕੇ ਰਾਜ ਦਰਬਾਰੀ ਤੇ ਅਹਿਲਕਾਰ ਸਭ ਘਬਰਾ ਗਏ, ਪਰ ਅਜਾਮਲ ਉੱਤੇ ਕੋਈ ਅਸਰ ਨਾ ਹੋਇਆ। ਉਸ ਵੇਲੇ ਰਾਜਦੂਤਾਂ ਨੇ ਅਜਾਮਲ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਸ ਨੂੰ ਸ਼ਹਿਰੋਂ ਬਾਹਰ ਕੱਢਣ ਦਾ ਹੁਕਮ ਹੋ ਗਿਆ। ਅਜਾਮਲ ਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਉਹ ਬਹੁਤ ਦੁਖੀ ਹੋਈ, ਪਰ ਰਾਜੇ ਦਾ ਹੁਕਮ ਟਾਲਣਾ ਵੀ ਔਖਾ ਸੀ। ਨਗਰ ਵਾਸੀ ਵੀ ਹੈਰਾਨ ਹੋਏ, ਪਰ ਅਜਾਮਲ ਨੂੰ ਕੋਈ ਨਾ ਰੋਕ ਸਕਿਆ। ਅਜਾਮਲ ਨੇ ਕਲਾਵੰਤੀ ਨਾਲ ਲੈ ਕੇ ਸ਼ਹਿਰੋਂ ਬਾਹਰ ਜਾ ਛੰਨ ਪਾਈ। ਕਲਾਵੰਤੀ ਦਾ ਸਾਰਾ ਸਮਾਨ ਉੱਥੇ ਗਿਆ। ਗਰੀਬ ਤੇ ਛੂਤਾਂ ਵਿੱਚ ਜਾ ਵਸੇ। ਰਾਤ ਦਿਨੇ ਭੋਗ ਵਿਲਾਸ ਕਰਕੇ ਖਚਤ ਹੋ ਗਏ ਤੇ 4 ਬੱਚੇ ਹੋ ਗਏ। ਉਹਨਾਂ ਬੱਚਿਆਂ ਲਈ ਅੰਨ ਕੱਪੜੇ ਦੀ ਲੋੜ ਸੀ। ਰਾਜੇ ਦਾ ਹੁਕਮ ਸੀ ਕੋਈ ਮਦਦ ਨਾ ਕਰੇ। ਸਾਰੇ ਉਸ ਨੂੰ ਜਾਮਲ ਪਾਪੀ ਆਖਣ ਲੱਗ ਪਏ ਸਨ ਤੇ ਉਹ ਚਿੜੀਆਂ ਪੰਛੀ ਮਾਰ ਕੇ ਖਾਣ ਲੱਗੇ, ਨੰਗੇ ਰਹਿਣ ਲੱਗੇ। ਹਾਲਾਤ ਇੰਨੇ ਭੈੜੇ ਹੋਏ ਕਿ ਉਹ ਪਹਿਲਾਂ ਵਾਂਗ ਖਿੱਚ ਕੇ ਲੋਕਾਂ ਦੇ ਗਲ ਪੈਣ ਲੱਗਾ। ਸਰੀਰ ਰੋਗੀ ਹੋ ਗਿਆ, ਐਸਾ ਰੋਗ ਕਿ ਜਵਾਨੀ ਦੀ ਆਸ਼ਾ ਘਟ ਗਈ। ਜਦੋਂ ਸਰੀਰ ਐਸਾ ਹੋਇਆ ਉਸ ਤੋਂ ਪਹਿਲਾਂ ਉਸ ਦੇ 7 ਪੁੱਤਰ ਹੋ ਗਏ। 7ਵੇਂ ਪੁੱਤਰ ਦਾ ਨਾਮ ਨਰਾਇਣ ਰੱਖਿਆ, ਜਿਵੇਂ ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਪਤਿਤ ਜਾਮਲ ਪਾਪ ਕਰ ਜਾਏ ਕਲਾਵਤਨੀ ਦੇ ਰਹਿਆ। ਉਸਨੇ 7ਵੇਂ ਪੁੱਤਰ ਦਾ ਨਾਮ ਨਰਾਇਣ ਰੱਖ ਲਿਆ। ਦੁਖੀ ਹੋਣ ਲੱਗਾ, ਉਹ ਪਾਪਾਂ ਤੇ ਦੁੱਖ ਦਾ ਇੱਕ ਪੁਤਲਾ ਬਣ ਗਿਆ। ਉਹ ਸਵੇਰੇ ਜੰਗਲ ਨੂੰ ਚਲਿਆ ਜਾਂਦਾ, ਸ਼ਾਮ ਨੂੰ ਸ਼ਿਕਾਰ ਕਰਕੇ ਮੁੜ ਆਉਂਦਾ। ਕਲਾਵੰਤੀ ਵੀ ਹੁਣ ਇੱਕ ਭਾਰੀ ਗ੍ਰਿਸਤਨ ਸੀ, 7 ਬੱਚਿਆਂ ਦੀ ਮਾਂ ਸੀ ਅਤੇ ਰੂਪ ਢਲ ਗਿਆ ਸੀ। ਉਹ ਦੁਖੀ ਹੋਣ ਲੱਗੀ। ਇਸਤਰੀ ਪੁਰਸ਼ ਦਾ ਇਹ ਸੁਭਾਅ ਹੈ, ਜਦੋਂ ਕੋਈ ਦੁੱਖ ਕਸ਼ਟ ਤਨ ਨੂੰ ਆਏ ਤਾਂ ਭਗਵਾਨ ਜਾਂ ਨੇਕੀ ਯਾਦ ਆਉਂਦੇ। ਕਲਾਵੰਤੀ ਨੂੰ ਪਛਤਾਵਾ ਲੱਗਾ ਕਿ ਉਸਨੇ ਇੱਕ ਉੱਚ ਬ੍ਰਾਹਮਣ ਦਾ ਜੀਵਨ ਨਸ਼ਟ ਕੀਤਾ ਤੇ ਆਪਣਾ ਵੀ ਪਾਪਣ ਬਣੀ। ਜੇ ਰਾਜੇ ਪਾਸੋਂ ਖਿਮਾ ਮੰਗ ਲੈਂਦੀ ਤਾਂ ਇੰਨਾ ਕਸ਼ਟ ਨਾ ਪਾਉਂਦੀ। ਝੁੱਗੀ ਕੋਲੋਂ ਲੰਘਦੇ ਸਾਧੂ ਸੰਤਾਂ ਵੱਲ ਤੱਕਦੀ ਰਹਿੰਦੀ। ਇੱਕ ਦਿਨ ਦੇਵਨੇਤ ਨਾਲ ਐਸਾ ਸਬਬ ਬਣਿਆ ਕਿ 2 ਸਾਧੂ ਉਸ ਦੀ ਝੁੱਗੀ ਕੋਲ ਠਹਿਰ ਗਏ। ਉਹ ਮਹਾਂਪੁਰਖ ਸਿਆਣੇ ਸਨ, ਭਗਵਾਨ ਰੂਪ, ਪਰ ਕਲਾਵੰਤੀ ਕੋਲ ਕੁਝ ਨਹੀਂ ਸੀ ਜੋ ਉਹਨਾਂ ਨੂੰ ਖਾਣ ਵਾਸਤੇ ਦਿੰਦੀ। ਉਹ ਵੈਸ਼ਨੂ ਸਾਧੂ ਸਨ। ਅਜਾਮਲ ਸ਼ਾਮ ਨੂੰ ਆਇਆ। ਉਹ ਚਿੜੀ ਤੇ ਬਟੇਰੇ ਕਬੂਤਰ ਆਦਿਕ ਮਾਰ ਕੇ ਲਿਆ ਤਾਂ ਕਲਾਵੰਤੀ ਨੇ ਉਸ ਨੂੰ ਉਸ ਦਿਨ ਬਣਾਉਣ ਨਾ ਦਿੱਤੇ। ਉਸਨੇ ਆਖਿਆ, ਹੈ ਪਤੀ ਦੇਵ, ਅੱਗੇ ਹੀ ਪਤਾ ਨਹੀਂ ਕਿਸ ਕੁਕਰਮ ਬਦਲੇ ਇਹ ਦਸ਼ਾ ਹੋਈ ਹੈ। ਸਾਨੂੰ ਅੱਜ ਮਾਸ ਨਹੀਂ ਭੁੰਨਣਾ ਚਾਹੀਦਾ। ਸਾਧੂ ਵੈਸ਼ਨੂ ਹਨ, ਹੋ ਸਕਦਾ ਹੈ ਕੋਈ ਚੰਗਾ ਵਚਨ ਕਰ ਜਾਣ ਤਾਂ ਸਾਡੇ ਜੀਵਨ ਵਿੱਚ ਕੋਈ ਸੁੱਖ ਦੀ ਘੜੀ ਆ ਜਾਏ। ਸੁਣਿਆ ਹੈ ਸਾਧੂ ਭਗਵਾਨ ਦੇ ਭਗਤ ਹੁੰਦੇ ਹਨ। ਜਾਮਲ ਹੈ ਪਿਆਰੀ ਬਾਤ ਤਾਂ ਤੇਰੀ ਠੀਕ, ਪਰ ਅਸੀਂ ਕੀ ਖਾਈਏ ਤੇ ਇਹਨਾਂ ਨੂੰ ਕੀ ਦੇਈਏ? ਮਹਿਮਾਨ ਹਨ, ਘਰ ਆਏ ਅਤਿਥੀ ਨੂੰ ਭੋਜਨ ਨਾ ਦੇਣਾ ਵੀ ਤਾਂ ਘੋਰ ਪਾਪ ਹੈ। ਕਲਾਵੰਤੀ ਇਹ ਗੱਲ ਵੀ ਠੀਕ ਹੈ, ਇਹਨਾਂ ਨੂੰ ਕੀ ਖਾਣ ਨੂੰ ਦਈਏ? ਹਾਂ, ਕੁਝ ਦਾਣੇ ਹਨ ਭੁੱਜੇ ਹੋਏ ਤੇ ਗੁੜ ਹੈ, ਉਹ ਵੰਡ ਦਈਏ। ਆਪ ਵੀ ਮੁੱਠੀ ਮੁੱਠੀ ਚੱਬ ਕੇ ਸਬਰ ਸੰਤੋਖ ਨਾਲ ਰਾਤ ਕੱਟ ਲਈਏ। ਸਵੇਰ ਹੋ ਜੋ ਹੋਏਗੀ ਦੇਖੀ ਜਾਏਗੀ। ਅਜਾਮਲ ਗੱਲ ਠੀਕ ਹੈ, ਐਸਾ ਕਰੋ। ਪਤੀ ਪਤਨੀ ਨੇ ਪੁੱਜੇ ਦਾਣੇ ਤੇ ਗੁੜ ਸਾਧੂਆਂ ਨੂੰ ਦਿੱਤੇ। ਬੇਨਤੀ ਕੀਤੀ, ਮਹਾਰਾਜ ਅਸਾਂ ਕੋਲ ਇਹੋ ਕੁਝ ਹੈ, ਅਸੀਂ ਗਰੀਬ ਤੇ ਪਾਪੀ ਹਾਂ, ਕਿਰਪਾ ਕਰੋ, ਦਇਆ ਕਰੋ। ਹੈ ਮਹਾਰਾਜ, ਸਾਡੇ ਬਦਲੇ ਭਗਵਾਨ ਅੱਗੇ ਅਰਦਾਸ ਕਰੋ। ਭਗਵਾਨ ਰੂਪ ਸਾਧੂ ਨੇ ਬਚਨ ਕੀਤਾ, ਜਾਮਲ ਤ੍ਰੈਕਾਲ ਦ੍ਰਿਸ਼ਟੀ ਨਾਲ ਅਸੀਂ ਸਭ ਜਾਣ ਗਏ। ਆਪ ਬ੍ਰਾਹਮਣ ਦੇ ਪੁੱਤਰ ਸੀ। ਵਾਸ਼ਨਾ ਦੀ ਆਗਣੀ ਨੇ ਆਪ ਦੀ ਅਕਲ ਸਭ ਭਸਮ ਕਰ ਦਿੱਤੀ। ਠੀਕ ਹੈ, ਪਰ ਛੇਤੀ ਤੁਸਾਂ ਦੀ ਕਲਿਆਣ ਹੋਏਗੀ। ਜੋ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖਿਆ ਹੈ, ਇਹ ਭਗਵਾਨ ਦੀ ਪ੍ਰੇਰਣਾ ਹੈ। ਇਸ ਨਾਲ ਪਿਆਰ ਕਰੋ। ਨਾਰਾਇਣ 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 ਪੁਕਾਰੋ, ਇੱਕ ਦਿਨ ਜ਼ਰੂਰ ਨਾਰਾਇਣ ਤੁਸਾਂ ਦੀ ਪੁਕਾਰ ਸੁਣ ਲਵੇਗਾ। ਸਾਧੂ ਬਚਨ ਕਰਕੇ ਸਵੇਰੇ ਚੱਲਦੇ ਬਣੇ। ਅਜਾਮਲ ਨੇ ਆਪਣੇ ਪੁੱਤਰ ਨੂੰ ਚੁੱਕ ਲਿਆ ਤੇ ਉਸ ਨਾਲ ਪਿਆਰ ਕਰਦਾ ਹੋਇਆ ਆਖਣ ਲੱਗਾ, ਪੁੱਤਰ ਨਾਰਾਇਣ, ਆ ਬੇਟਾ ਨਾਰਾਇਣ, ਰੋਟੀ ਖਾਓ, ਨਾਰਾਇਣ ਦੁੱਧ ਪੀਓ। ਐਸੀਆਂ ਬਾਤਾਂ ਕਰਨ ਲੱਗਾ। ਉਸ ਦੀਆਂ ਬਾਤਾਂ ਉਸ ਦੇ ਮਨ ਨੂੰ ਸ਼ਾਂਤੀ ਦੇਣ ਲੱਗੀਆਂ। ਕੁਛ ਐਸੀ ਪ੍ਰਭੂ ਦੀ ਲੀਲਾ ਹੋਈ, ਉਹ ਜਿਹੜਾ ਵੀ ਸ਼ਿਕਾਰ ਮਾਰ ਕੇ ਲਿਆਉਂਦੇ ਉਹ ਹੀ ਵਿਕ ਜਾਂਦਾ। ਉਸ ਨੂੰ ਪੈਸੇ ਮਿਲਣ ਲੱਗੇ ਤੇ ਅੰਨ ਖਾਣ ਨੂੰ ਮਿਲਣ ਲੱਗਾ। ਉਹਦੇ ਦਿਨ ਚੰਗੇ ਬੀਤਣ ਲੱਗੇ। ਉਹ ਝੁੱਗੀ ਵਿੱਚ ਰਹਿੰਦਾ ਹੋਇਆ ਵੀ ਕੁਝ ਸੁੱਖ ਅਨੁਭਵ ਕਰਨ ਲੱਗਾ। ਕਾਲ ਮਹਾਬਲੀ ਹੈ, ਕਾਲ ਦੀ ਮਾਰ ਤੋਂ ਕੋਈ ਨਹੀਂ ਬਚ ਸਕਦਾ। ਦਿਸਦਾ ਹੈ ਸਭ ਚੱਲਣਹਾਰ, ਸਭ ਦੇ ਕਾਰਜ ਅਧੂਰੇ ਰਹਿ ਜਾਂਦੇ। ਜਦੋਂ ਕਾਲ ਆਉਂਦਾ ਹੈ, ਕਾਲ ਦਾ ਭਾਰੀ ਹੱਥ ਹਰ ਇੱਕ ਦੇ ਸਿਰ ਉੱਪਰ ਰੱਖਿਆ ਜਾਂਦਾ। ਜਾਮਲ ਦਾ ਅੰਤ ਕਾਲ ਆ ਗਿਆ। ਉਹ ਬਿਮਾਰ ਪੈ ਗਿਆ ਤੇ ਬਿਮਾਰੀ ਵੀ ਉਸ ਨੂੰ ਕਸ਼ਟ ਦੇਣ ਵਾਲੀ ਸੀ। ਇੱਕ ਦਿਨ ਅਜਿਹਾ ਆਇਆ, ਅੱਗੋਂ ਅੱਖਾਂ ਮਿੱਟੀਆਂ ਜਾਣੀਆਂ ਸਨ। ਜਮਦੂਤ ਖਲੋਤੇ ਨਜ਼ਰ ਆਉਣ ਲੱਗੇ। ਨਰਕ ਦੀ ਅੱਗ ਬਲਦੀ ਦਿਸਣ ਲੱਗੀ। ਉਹ ਭਿਆਨਕ ਰੂਪ ਵਿੱਚ ਸੀ। ਉਸ ਦੀ ਦਸ਼ਾ ਡਰਾਉਣੀ ਸੀ। ਨਰਕਾਂ ਦੀ ਝਾਕੀ ਦੇਖ ਕੇ ਅੰਤ ਕਾਲ ਨੇੜੇ ਆਇਆ। ਜਾਣ ਕੇ ਉਸਨੇ ਉੱਚੀ ਉੱਚੀ ਪੁਕਾਰ, ਨਾਰਾਇਣ ਆ, ਨਾਰਾਇਣ ਆ। ਅਜਾਮਲ ਪਾਪੀ ਨੇ ਆਵਾਜ਼ ਤਾਂ ਆਪਣੇ ਪੁੱਤਰ ਨੂੰ ਦਿੱਤੀ, ਪਰ ਪੁੱਤਰ ਸ਼ਬਦ ਨਾ ਵਰਤਿਆ। ਸੱਚ ਹੀ ਉਸ ਦੀ ਕਲਿਆਣ ਹੋ ਗਈ। ਜਿਉਂ ਹੀ ਉਸਨੇ ਨਾਰਾਇਣ ਕਿਹਾ, ਤਿਉਂ ਹੀ ਧਰਮਰਾਜ ਦੇ ਜਮਦੂਤ ਪਾਸੇ ਹਟ ਗਏ। ਰੋਸ਼ਨੀ ਹੋਈ, ਨਰਸਿੰਘੇ ਵੱਜ ਗਏ। ਉਧਰੋਂ ਅਜਾਮਲ ਦੀ ਰੂਹ ਸਵਰਗਾਂ ਨੂੰ ਚਲੀ ਗਈ। ਨਾਰਾਇਣ ਕਹਿਣ ਨਾਲ ਪਾਪੀ ਤਰ ਗਿਆ। ਇਸ ਪਰਥਾਏ ਚੌਥੇ ਪਾਤਸ਼ਾਹ ਦਾ ਬਚਨ ਹੈ, ਅਜਾਮਲ ਪ੍ਰੀਤ ਪੁੱਤਰ ਕੀਨੀ, ਕਰ ਨਾਰਾਇਣ ਬੁਲਾਰੇ, ਮੇਰੇ ਠਾਕੁਰ ਕੈ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬਿਦਾਰੇ। ਸੋ ਇਸ ਤਰ੍ਹਾਂ ਅਜਾਮਲ ਪਾਪੀ ਦਾ ਨਬੇੜਾ ਹੋਇਆ ਅਤੇ ਜੋ ਕਿ ਸਵਰਗਾਂ ਨੂੰ ਚਿਆ। ਇੱਕ
ਪ੍ਰਭੂ ਦਾ ਨਾਮ ਲੈਣ ਕਰਕੇ। ਸੋ ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।